ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਆਈਟੀ ਨੀਤੀ ਨਿਰਮਾਣ ਅਤੇ ਨੈਸਕੌਮ। ਤਾਂ ਜਿਹੜਾ ਨੈਸਕੌਮ ਹੈ ਉਹ ਸੈਂਟਰ ਅਤੇ ਸਟੇਟ ਪੱਧਰ 'ਤੇ ਆਈਟੀ ਨੀਤੀਆਂ ਦਾ ਨਿਰਮਾਣ ਕਰਦਾ ਹੈ ਅਤੇ ਇੰਡੀਆ ਦੀ ਜਿਹੜੀ ਬਰਾਊਡ ਸ਼ੇਅਰ ਨੂੰ ਆਈਟੀ ਸੈਕਟਰ ਦੇ ਵਿੱਚ ਵਿਸ਼ਵ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਹੈ ਜਿਹੜਾ ਉਹ ਪ੍ਰਦਾਨ ਕਰਦਾ ਹੈ। ਤਾਂ ਇਹ ਜਿਹੜੀ ਇਹ ਕੀ ਹੈ, ਇਹ ਭਾਰਤ ਤੋਂ ਬਿਨਾਂ ਰਾਜ ਸਰਕਾਰਾਂ ਦੇ ਨਾਲ ਆਈਟੀ ਨੀਤੀ ਨਿਰਮਾਣ ਅਤੇ ਕਾਨੂੰਨ ਬਣਾਉਣ ਦੇ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਤਾਂ ਜਿਹੜਾ ਨੈਸਕੌਮ ਹੈ ਉਹ 1990 ਦੇ ਵਿੱਚ ਹੋਂਦ ਦੇ ਵਿੱਚ ਆਇਆ, ਜਿਸ ਨੇ ਕਿ ਸੋਫਟਵੇਅਰ ਟੈਕਨੋਲੋਜੀ ਦੀ ਸਥਾਪਨਾ ਕੀਤੀ ਅਤੇ ਵਿਸ਼ਵ ਦੇ ਵਿੱਚ ਸੋਫਟਵੇਅਰ ਉਦਯੋਗਿਕ ਨੀਤੀ ਨਿਰਮਾਣ ਦੇ ਵਿੱਚ ਆਪਣੀ ਬੁਨਿਆਦੀ ਭੂਮਿਕਾ ਹੈ ਜਿਹੜੀ ਨਿਭਾਈ ਹੈ। ਤਾਂ ਇਸ ਦੇ ਨਾਲ ਕੀ ਹੈ, ਵਿਦੇਸ਼ੀ ਜਿਹੜਾ ਵਪਾਰ ਹੈ ਉਸ ਨੂੰ ਤਰਜੀਹ ਮਿਲੀ ਹੈ। ਤਾਂ ਇਸ ਨੇ ਵਿਸ਼ਵ ਮੰਡੀ ਦੇ ਅੰਦਰ ਪੂੰਜੀ ਨਿਵੇਸ਼ ਸੰਬੰਧੀ ਨਿਯਮ, ਪੂੰਜੀ ਤਰਜੀਹ ਸੰਬੰਧੀ ਵਿਵਾਦ, ਵਿਦੇਸ਼ੀ ਪੂੰਜੀ ਨੂੰ ਦੇ ਲੈਣ ਦੇਣ ਸੰਬੰਧੀ ਸੌਖੇ ਨਿਯਮ ਅਤੇ ਟੈਲੀਕਾਮ ਦਾ ਮੁੱਢਲਾ ਢਾਂਚਾ ਸੁਧਾਰਨਾ ਸ਼ਾਮਲ ਹੈ। ਤਾਂ ਜਿਹੜਾ ਨੈਸਕੌਮ ਹੈ ਇਸ ਨੇ ਵਿਸ਼ਵ ਦੇ ਵਿੱਚ ਸੌਫਟਵੇਅਰ ਸੇਵਾ ਮਾਰਕੀਟ ਦੇ ਵਿੱਚ ਵਿਸ਼ਵ ਪੱਧਰੀ ਵਪਾਰ ਦੇ ਵਿੱਚ ਮੇਲਿਆਂ ਅਤੇ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਭਾਰਤ ਦੇ ਵਿੱਚ ਸਿੱਖਿਆ ਪ੍ਰੋਗਰਾਮ ਨੇ ਜਿਹੜੇ ਉਹ ਆਯੋਜਿਤ ਕਰਕੇ ਭਾਰਤ ਦੀ ਬ੍ਰਾਂਡ ਇਮੇਜ ਹੈ ਜਿਹੜੀ ਉਹ ਕਾਇਮ ਕੀਤੀ ਹੈ। ਤਾਂ ਨੈਸਕੌਮ ਦੇ ਜਿਹੜੇ ਮੁੱਖ ਆਬਜੈਕਟਿਵ ਨੇ, ਇਹ ਕੀ ਹੈ, ਉਦਯੋਗਾਂ ਦੇ ਲਈ ਇੱਕ ਰਣਨੀਤੀ ਤੈਅ ਕਰਦਾ ਹੈ, ਉਦਯੋਗਿਕ ਵਿਕਾਸ ਦੇ ਵਿੱਚ ਆਪਣਾ ਰੋਲ ਅਦਾ ਕਰਦਾ ਹੈ, ਵਧੀਆ ਜਿਹੜੀ ਕਲਾ ਹੈ ਉਸ ਦਾ ਅਭਿਆਸ ਸਥਾਪਿਤ ਕਰਨਾ ਅਤੇ ਸਹਿਯੋਗ ਸਥਾਪਿਤ ਕਰਦਾ ਹੈ, ਇੰਟਰਨੈਸ਼ਨਲ ਪੱਧਰ 'ਤੇ ਭਾਗੀਦਾਰੀ ਅਤੇ ਆਪਸ ਦੇ ਵਿੱਚ ਜਿਹੜੇ ਵਧੀਆ ਰਿਲੇਸ਼ਨ ਨੇ ਉਹ ਸਥਾਪਿਤ ਕਰਦਾ ਹੈ, ਕਾਰਜ ਸ਼ਕਤੀ ਵਿਕਾਸ, ਵਿਸ਼ੇਸ਼ ਫੋਰਮ ਅਤੇ ਪਹਿਲ ਕਦਮੀ ਰਾਹੀਂ ਅਨੁਬੰਧ ਕਰਨਾ, ਰਣਨੀਤੀਆਂ ਤਿਆਰ ਕਰਨੀਆਂ ਅਤੇ ਜਿਹੜੀ ਉਦਯੋਗਿਕ ਜਿਹੜੀ ਮਸ਼ੀਨਰੀ ਹੈ ਉਸ ਨੂੰ ਕਾਇਮ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ, ਖੋਜ ਪ੍ਰਤੀ ਪਹੁੰਚ ਅਤੇ ਪ੍ਰਤੀਨਿਧਤਾ ਕਾਇਮ ਕਰਦਾ ਹੈ। ਤਾਂ ਆਪਾਂ ਕਰਨਾ ਅੱਜ ਇੰਡੀਆਜ਼ ਆਈਟੀ ਇੰਡਸਟਰੀ। ਤਾਂ ਕਹਿੰਦੇ ਇੰਡੀਆ ਦੇ ਵਿੱਚ ਲਗਭਗ 4200 ਜਿਹੜੀਆਂ ਨਿਊ ਕੰਪਨੀਜ਼ ਨੇ, ਉਹਨਾਂ ਦੇ ਨਾਲ ਇਹ ਤੀਜੇ ਮਤਲਬ ਕਿ ਰੈਂਕ 'ਤੇ ਆਉਂਦਾ ਹੈ। ਤਾਂ ਇਹ ਤਾਂ ਹੀ ਹੋਇਆ ਜੇ ਵਿਸ਼ਵ ਦੇ ਜਿਹੜਾ ਨੈਸਕੌਮ ਹੈ ਉਸ ਦੀ ਸਥਾਪਨਾ ਹੋਈ ਹੈ। ਤਾਂ ਮੁੱਢਲੇ ਸਾਲਾਂ ਦੇ ਵਿੱਚ ਨੈਸਕੌਮ ਦਾ ਜਿਹੜਾ ਪ੍ਰਮੁੱਖ ਕੇਂਦਰ ਬਿੰਦੂ ਹੈ ਉਹ ਆਈਟੀ ਸੌਫਟਵੇਅਰ ਤੋਂ ਸੇਵਾਵਾਂ ਦਾ ਭਾਰਤ ਦੇ ਵਿੱਚ ਮਹੱਤਵ ਤੇ ਸਥਾਪਿਤ ਕਾਇਮ ਕਰਨਾ ਸੀ। ਤਾਂ ਆਈਟੀ ਭਾਰਤ ਦਾ ਕੱਲ੍ਹ ਹੋਵੇਗਾ, ਇਸ ਦੀ ਕੀ ਹੈ, ਆਈਟੀ ਵੁੱਡ ਵੀ ਇੰਡੀਆ ਟੂਮੋਰੋ ਕੀ ਇਸ ਦਾ ਇੱਕ ਮੋਟੋ ਹੈ। ਇਹ ਯਤਨਾਂ ਸਦਕਾ ਹੀ 1990 ਦੇ ਵਿੱਚ ਆਈਟੀ ਸੌਫਟਵੇਅਰ ਅਤੇ ਸੇਵਾਵਾਂ ਭਾਰਤ ਵਿੱਚ ਇੱਕ ਆਕਰਸ਼ਕ ਸੈਕਟਰ ਦੇ ਤੌਰ 'ਤੇ ਉੱਭਰੀਆਂ ਅਤੇ ਇਸ ਦੇ ਨਾਲ ਤਾਂ ਆਈਟੀ ਸੈਕਟਰ ਦੇ ਵਿੱਚ ਹੁਨਰਮੰਦ ਕਾਮਿਆਂ ਦੀ ਕਮੀ ਹੈ ਜਿਹੜੀ ਉਸ ਨੂੰ ਪੂਰਾ ਕਰਨ ਦੇ ਲਈ 1945 ਦੇ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦਾ ਨਿਰਮਾਣ ਕੀਤਾ ਗਿਆ, ਜੋ ਕਿ ਤਕਨੀਕੀ ਸਿੱਖਿਆ ਦੇ ਵਿੱਚ ਜਿਹੜੀ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਹੈ ਉਸ ਦੇ ਵਿੱਚ ਉਸਨੇ ਵਿਕਾਸ ਕੀਤਾ। ਅਤੇ ਇਸ ਤਰ੍ਹਾਂ ਇਸ ਦੇ ਨਾਲ
HRD ਮੰਤਰਾਲੇ ਦੁਆਰਾ ਤਕਨੀਕੀ ਕਾਮਿਆਂ ਦੀ ਜਿਹੜੀ ਉਚਿਤ ਤੇ ਗੁਣਵੱਤਾ ਪੱਧਰ ਦੀ ਪੂਰਤੀ ਲਈ ਸੁਚੱਜੀ ਭੂਮਿਕਾ ਨਿਭਾਈ। ਮੰਤਰਾਲੇ ਦੀਆਂ ਨੀਤੀਆਂ ਨੇ ਪ੍ਰਾਈਵੇਟ ਕਾਲਜਾਂ ਤੇ ਉਦਯੋਗਿਕ IT ਟ੍ਰੇਨਿੰਗ ਸੰਸਥਾਵਾਂ ਦੀ ਸਥਾਪਨਾ ਲਈ ਰਾਹ ਪੱਧਰਾ ਕੀਤਾ। ਇਹਨਾਂ ਕਾਲਜਾਂ ਵਿੱਚ ਵਾਧੇ ਨਾਲ HRD ਮੰਤਰਾਲੇ ਨੇ ਗੁਣਵੱਤਾ ਕੰਟਰੋਲ ਨਿਰਧਾਰਨ ਕਰਨ ਦੇ ਲਈ AICT ਦੀ ਜਿਹੜੀ ਸਥਾਪਨਾ ਕੀਤੀ ਹੈ, ਜੋ ਕਿ ਤਕਨੀਕੀ ਸਿੱਖਿਆ ਨੂੰ ਨਿਯੰਤਰਨ ਕਰਦੀ ਹੈ ਤੇ ਉਸ ਦੇ ਵਿੱਚ ਸੁਧਾਰ ਕਰਨ ਦੇ ਯਤਨ ਕਰਦੀ ਹੈ। ਤਾਂ ਇਸ ਤਰ੍ਹਾਂ ਇਸ ਤੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਡਿਗਰੀਆਂ ਨੇ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਨਾਂ ਦੇ ਜਿਹੜੇ ਕੋਰਸ ਨੇ ਉਹਨਾਂ ਦਾ ਆਰੰਭ ਕੀਤਾ ਗਿਆ। ਤਾਂ ਇਸ HRD ਮੰਤਰਾਲੇ ਨੇ ਹੇਠ ਲਿਖੇ ਜਿਹੜੇ ਕਾਰਜ ਨੇ ਉਹ ਅਮਲ ਦੇ ਵਿੱਚ ਲਿਆਂਦੇ। ਸਭ ਤੋਂ ਪਹਿਲਾਂ ਉਹਨਾਂ ਨੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਕੰਪਿਊਟਰ ਸਾਇੰਸ ਦੀ ਜਿਹੜੀ ਵਿਭਾਗ ਦੀ ਸਥਾਪਨਾ ਕੀਤੀ। ਪ੍ਰਾਈਵੇਟ ਸੈਕਟਰ ਨੂੰ ਬਿਨਾਂ ਪਬਲਿਕ ਫੰਡ ਦੇ ਸਿੱਖਿਆ ਸੰਸਥਾਵਾਂ ਖੋਲ੍ਹਣ ਵਿੱਚ ਨੀਤੀਆਂ ਨੂੰ ਸੌਖਾ ਤੇ ਸਰਲ ਕੀਤਾ। ਇੰਜੀਨੀਅਰਿੰਗ ਕਾਲਜਾਂ ਅਤੇ IT ਸਿਖਲਾਈ ਸੰਸਥਾਵਾਂ ਦੀ ਗੁਣਵੱਤਾ ਦੇ ਲਈ ਜਿਹੜੀ AICT ਤੇ ਪ੍ਰਾਈਵੇਟ ਸਿਖਲਾਈ ਸੰਸਥਾਵਾਂ ਨੂੰ ਨਿਯੰਤਰਨ ਕੀਤਾ ਗਿਆ। ਪ੍ਰਾਈਵੇਟ ਸੈਕਟਰ ਨੂੰ ਸਿਖਲਾਈ ਸੰਸਥਾਵਾਂ ਖੋਲ੍ਹਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਤੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਆਰਥਿਕ ਸਹਾਇਤਾ ਹੈ ਉਹ ਪ੍ਰਦਾਨ ਕੀਤੀ ਗਈ। ਤਾਂ ਉਸ ਤੋਂ ਬਾਅਦ ਹੈਗਾ ਪੋਲਿਸੀਜ਼ ਇਸ਼ੂ। ਤਾਂ NASSCOM ਨੇ IT ਪ੍ਰਤੀ ਚੇਤਨਾ ਤੇ ਭਾਰਤ ਨੂੰ ਸਥਾਨਾਂਤਰਨ ਕਰਨ ਦੀ ਚੇਤਨਾ ਵਿਕਸਿਤ ਕਰਨ ਦੇ ਵਿੱਚ ਇਸ ਖੇਤਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ। ਤਾਂ ਇਸ ਦੇ ਨਾਲ ਜਿਹੜੀਆਂ ਇਹ ਮੁਸ਼ਕਲਾਂ ਸੀ ਉਹਨਾਂ ਦਾ ਨੀਤੀ ਨਿਰਮਾਣ ਦੇ ਵਿੱਚ ਦੀਆਂ ਜਿਹੜੀਆਂ ਨੀਤੀਆਂ ਸੀ ਉਸ ਦੇ ਵਿੱਚ ਇਹਨਾਂ ਦਾ ਸੁਧਾਰ ਕਰਨ ਦੇ ਯਤਨ ਕੀਤੇ ਗਏ। ਤਾਂ 1990 ਦੇ ਵਿੱਚ ਜਿਹੜੇ ਇਹ ਇਸ਼ੂ ਸੀਗੇ ਉਹ ਸੀਗੇ ਜ਼ਰੂਰੀ ਸੌਫਟਵੇਅਰ ਜਿਹੜੇ ਆਯਾਤ ਕਰਨ ਸਮੇਂ ਕਸਟਮ ਡਿਊਟੀ ਘਟਾਈ, ਟੈਲੀਕਾਮ ਸੰਯੋਜਕਾਂ ਤੇ ਵੈਟ ਚੜਾਈ ਵਧਾਈ, ਸਹਿਯੋਗੀ ਤੇ ਸਥਿਰ ਟੈਕਸ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ, ਅਫਸਰਸ਼ਾਹੀ ਜਿਹੜੀਆਂ ਅੜਚਨਾਂ ਨੇ ਉਹਨਾਂ ਨੂੰ ਘਟਾਉਣਾ ਤੇ ਭਾਰਤ ਦੀ IT ਸਮਰੱਥਾਵਾਂ ਦਾ ਵਿਦੇਸ਼ਾਂ ਦੇ ਵਿੱਚ ਮੰਡੀਕਰਨ। ਤਾਂ ਇਸ ਤਰ੍ਹਾਂ ਇਸ NASSCOM ਦੇ ਵਿੱਚ ਜਿਹੜੀਆਂ ਇਹ IT ਸੰਸਥਾਵਾਂ ਨੇ ਉਹਨਾਂ ਦਾ ਜਿਹੜਾ ਵਿਕਾਸ ਕੀਤਾ ਗਿਆ ਤੇ AICT ਦੀ ਜਿਹੜੀ ਇੱਕ ਸੰਸਥਾ ਹੈ ਉਸ ਦੇ ਦੁਆਰਾ ਇਹ ਜਿਹੜੀਆਂ ਟੈਕਨੀਕਲ ਸਮੱਸਿਆਵਾਂ ਨੇ ਉਹਨਾਂ ਨੂੰ ਸੁਧਾਰ ਕਰਨ ਦਾ ਜਿਹੜਾ ਯਤਨ ਨੇ ਜਾਂ ਉਹਨਾਂ ਦਾ ਵਿਕਾਸ ਕਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ। ਤਾਂ ਨੈਕਸਟ ਹੈਗਾ ਟਿਕਾਊਪਣ ਲਈ ਨਵੀਂ ਨੀਤੀ। ਤਾਂ ਇਸ ਦੇ ਵਿੱਚ ਕੀ ਹੈ, ਤਾਂ ਕੁਝ ਸਮੇਂ ਦੇ ਵਿੱਚ ਕੀ ਹੈ ਵਰਲਡ ਪੱਧਰ 'ਤੇ ਹੋਰ ਕਾਰਨਾਂ ਕਰਕੇ IT ਪੂੰਜੀ ਨਿਵੇਸ਼ ਦਾ ਬਹੁਤ ਹਿੱਸਾ ਵਿਦੇਸ਼ਾਂ ਦੇ ਵਿੱਚ ਚਲਾ ਗਿਆ। ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵੀ ਕੀ ਹੈ ਇਹਨਾਂ ਦੇ ਵਿੱਚੋਂ ਇੱਕ ਸੀ। ਜੇਕਰ ਇਸ ਨੂੰ ਲੰਮੇ ਸਮੇਂ ਤੱਕ ਮੰਡੀ ਦੇ ਵਿੱਚ ਟਿਕਣਾ ਹੈ ਤਾਂ ਇਸ ਨੂੰ ਹੋਰ ਜਿਹੜੀਆਂ ਸਹਾਇਕ ਨੀਤੀਆਂ ਅਤੇ ਪ੍ਰਬੰਧਕੀ ਵਾਤਾਵਰਨ ਤਿਆਰ ਕਰਨਾ ਪਵੇਗਾ। ਤਾਂ ਇਸ ਦੇ ਲਈ ਇੱਕ ਜਿਹੜੀ ਨਵੀਂ ਨੀਤੀ ਹੈ ਅਕਤੂਬਰ 2015 ਦੇ ਵਿੱਚ NASSCOM ਦੇ ਜਿਹੜੇ ਨਵੇਂ ਚੇਅਰ ਨੇ ਸਰਕਾਰ ਨੂੰ ਨਵੀਂ IT ਨੀਤੀ ਬਣਾਉਣ ਦੇ ਲਈ 10 ਨੁਕਤੇ ਸੁਝਾਅ ਦਿੱਤੇ ਤੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਡਿਪਾਰਟਮੈਂਟ ਆਫ ਇੰਡਸਟਰੀਅਲ ਪਾਲਿਸੀ ਐਂਡ ਪ੍ਰਮੋਸ਼ਨ ਅਤੇ ਨੀਤੀ ਆਯੋਗ ਨਾਲ ਇਸ ਸੰਬੰਧੀ ਚਰਚਾ ਕਰ ਲਈ ਗਈ। ਤਾਂ ਉਹ ਸਿਫਾਰਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ। ਇਹ ਸੀਗੀਆਂ ਸਿਫਾਰਿਸ਼ਾਂ ਕਿ IT ਉਤਪਾਦ ਤੇ ਟੈਕਸ ਛੋਟ, ਕੰਪਨੀ ਨੂੰ ਦਰਜ ਕਰਨ, ਨਿਗਰਾਨੀ ਕਰਨ, ਚਾਲੂ ਕਰਨ ਤੇ ਬੰਦ ਕਰਨ ਨੂੰ ਹੋਰ ਸਰਲ ਤੇ ਸੌਖਾ ਕੀਤਾ ਜਾਵੇ, ਜੋਖਮ ਪੂੰਜੀ ਪ੍ਰਤੀ ਪੂੰਜੀ ਤੇ ਕਰਜ਼ਾ ਪੂੰਜੀ ਪ੍ਰਤੀ ਪਹੁੰਚ ਦੇ ਸਮਰੱਥ ਬਣਾਉਣਾ, ਆਨਲਾਈਨ ਜਿਹੜਾ ਦੇਣ ਲੈਣ ਉਸ ਦੇ ਸੰਬੰਧੀ ਮੁੱਦੇ ਨੂੰ ਸੁਲਝਾਉਣਾ ਤਾਂ ਕਿ ਇਸ ਦੇ ਵਿੱਚ ਇੱਕ ਜਿਹੜਾ ਸਥਾਈਪਣ ਟਿਕਾਊਪਣ ਹੈ ਉਸ ਦੀ ਸਥਾਪਨਾ ਕੀਤੀ ਜਾ ਸਕੇ। ਨੈਕਸਟ ਹੈਗਾ ਨੀਤੀਆਂ ਨੂੰ ਲਾਗੂ ਕਰਨ ਦੇ ਵਿੱਚ। ਤਾਂ ਇਸ ਦਾ ਕੀ ਹੈ NASSCOM ਨਾ ਸਿਰਫ ਸਰਕਾਰ ਨਾਲ ਮਿਲ ਕੇ ਨੀਤੀਆਂ ਦਾ ਨਿਰਮਾਣ ਕਰਦੀ ਹੈ ਸਗੋਂ ਉਹਨਾਂ ਨੀਤੀਆਂ ਨੂੰ ਲਾਗੂ ਵੀ ਕਰਦੀ ਹੈ। ਤਾਂ NASSCOM ਗਿਆਨ ਤੰਤਰ ਇੱਕ ਟੈਲੀਸੈਂਟਰਾਂ ਤੰਤਰ ਹੈ ਜੋ ਸਰਕਾਰ ਦੁਆਰਾ ਕੌਮੀ ਸਰਕਾਰੀ ਯੋਜਨਾ ਤਹਿਤ ਚਲਾਈਆਂ ਜਾਂਦੀਆਂ ਆਮ ਸੇਵਾ ਸੈਂਟਰ ਸਕੀਮਾਂ ਨਾਲ ਹਿੱਸੇਦਾਰੀ ਕਰਕੇ ਆਮ ਪੇਂਡੂ ਲੋਕਾਂ ਨੂੰ ਵਿਸ਼ਾ ਸੇਵਾਵਾਂ ਜਾਣਕਾਰੀ ਤੇ ਗਿਆਨ ਪ੍ਰਦਾਨ ਕਰਦੇ ਨੇ। ਭਾਵ ਆਮ ਲੋਕਾਂ ਨੂੰ ਵੀ IT ਸੰਬੰਧੀ ਨੀਤੀਆਂ ਜਿਹੜੀਆਂ ਉਹਨਾਂ ਨੂੰ ਜਾਣੂ ਕਰਵਾਉਣਾ। ਰੁਜ਼ਗਾਰ ਲਈ ਹੁਨਰ। ਤਾਂ ਇਸ ਦੇ ਨਾਲ ਕੀ ਹੈ ਨੈਸ਼ਨਲ ਡਿਜੀਟਲ ਲਿਟਰੇਸੀ ਮਿਸ਼ਨ ਦੇ ਤਹਿਤ ਹਰੇਕ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਡਿਜੀਟਲ ਸਾਖਰ ਕਰਨਾ ਜ਼ਰੂਰੀ ਹੈ। NASSCOM ਸੈਕਟਰ ਹੁਨਰ ਕੌਂਸਲ ਦੇ ਵਿੱਚ ਸਕੂਲੀ ਜਿਹੜੇ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਹੁਨਰ ਦੇਣ ਲਈ ਕਿੱਤਾ ਮੁਖੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲਾ ਉਦਯੋਗਾਂ ਨਾਲ ਮਿਲ ਕੇ ਕੰਮ ਵਾਲੇ ਸਥਾਨਾਂ 'ਤੇ ਸੰਮਿਲਿਤ ਉਤਸ਼ਾਹਿਤ ਕਰਦੀ ਹੈ ਅਤੇ ਖਾਸ ਜਿਹੜਾ ਰੁਜ਼ਗਾਰ ਤਬਾਦਲਾ ਕਰ ਸਿਰਜਦੀ ਹੈ। ਸਮਾਜਿਕ ਨਿਆਂ ਅਤੇ ਰੁਜ਼ਗਾਰ ਜਿਹੜਾ ਮੰਤਰਾਲਾ ਹੈ ਉਹ ਅਤੇ ਸਥਾਨਕ VRC ਦਵੀਆਂ ਸੇਵਾਵਾਂ ਦੇ ਲਈ ਸੰਮਿਲਿਤ ਤੇ
ਸੰਮਿਲਿਤ ਤੇ ਰੁਜ਼ਗਾਰ ਉਤਸ਼ਾਹਿਤ ਕਰਦੇ ਨੇ। ਤਾਂ ਇਸ ਤਰ੍ਹਾਂ ਜਿਹੜੀਆਂ ਇਹ ਆਈਟੀ ਸੰਸਥਾਵਾਂ ਨੇ ਤਾਂ ਇਹ ਰੁਜ਼ਗਾਰ ਪ੍ਰਦਾਨ ਕਰਨ ਦੇ ਵਿੱਚ ਵੀ ਆਪਣਾ ਮਹੱਤਵਪੂਰਨ ਰੋਲ ਹੈ ਜਿਹੜਾ ਉਹ ਅਦਾ ਕਰਦੀਆਂ ਨੇ। ਤਾਂ ਇਸ ਤਰ੍ਹਾਂ ਜਿਹੜਾ ਇਹ ਨੈਸਕੌਮ ਹੈ ਉਸ ਨੇ ਆਈਟੀ ਸੈਕਟਰ ਦੇ ਵਿੱਚ ਨੀਤੀ ਨਿਰਮਾਣ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਨੂੰ ਲਾਗੂ ਕਰਨ ਦੇ ਵਿੱਚ ਆਪਣਾ ਮਹੱਤਵਪੂਰਨ ਰੋਲ ਹੈ ਜਿਹੜਾ ਉਹ ਅਦਾ ਕੀਤਾ ਹੈ। ਤੇ ਇਸ ਦੇ ਕਾਰਨ ਹੀ ਜਿਹੜਾ ਇੰਡੀਆ ਹੈ ਉਹ ਦੁਨੀਆ ਦੀਆਂ ਪਹਿਲੀਆਂ 5 ਵੱਡੀਆਂ ਸਮੁਦਾਵਾਂ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਨੈਸਕੌਮ ਦੇ ਅੰਡਰ ਹੀ ਆਈਟੀ ਨੀਤੀ ਦਾ ਜਿਹੜਾ ਨਿਰਮਾਣ ਹੈ ਉਹ ਸੰਭਵ ਹੋਇਆ ਹੈ। ਤੇ AICTE ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਈਟੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜਿਹੜਾ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਪ੍ਰਦਾਨ ਕਰਦੀਆਂ ਨੇ। ਥੈਂਕ ਯੂ।